ਬਚਿੰਤ ਕੌਰ ਜੀ ਦੀ ਕਹਾਣੀ ਇਕਬਾਲ-ਏ-ਜੁਰਮ। ਸਾਡਾ ਜਹਾਜ਼ ਹੁਣ 680 ਫੁੱਟ ਦੀ ਉਚਾਈ ਤੋਂ ਹੇਠਾਂ ਧਰਤੀ ਵੱਲ ਨੂੰ ਉੱਡਣ ਲੱਗ ਪਿਆ ਸੀ ਤੇ ਅਸੀਂ ਨਿਊਯਾਰਕ ਦੇ ਕੈਨੇਡੀ ਹਵਾਈ ਅੱਡੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਸਾਂ। ਖਿੜਕੀ ਵਿੱਚੋਂ ਹੇਠਾਂ ਸਮੁੰਦਰ ਦੀ ਸਤਹ ਹੁਣ ਸਾਫ਼ ਨਜ਼ਰ ਆ ਰਹੀ ਸੀ। ਮੈਂ ਇੱਕ ਵਾਰੀ ਜਹਾਜ਼ ਦੇ ਅੰਦਰ ਤੇ ਇੱਕ ਵਾਰੀ ਬਾਹਰ ਦੇਖਦਾ ਅੰਦਰੋਂ ਅੰਦਰੀ ਭੈਭੀਤ ਹੁੰਦਾ ਜਾ ਰਿਹਾ ਸੀ। ਆਪਣੀ ਸੀਟ ਨਾਲ ਬੰਨੀ ਪੇਟੀ ਜਿਵੇਂ ਮੇਰੇ ਦੁਆਲੇ ਲਿਪਟਿਆ ਕਾਲਾ ਨਾਗ ਬਣ ਗਈ ਸੀ। ਜਿਉਂ-ਜਿਉਂ ਜਹਾਜ਼ ਸਮੁੰਦਰ ਦੀ ਸਤਹ ਨੂੰ ਪਾਰ ਕਰਦਾ ਜਾ ਰਿਹਾ ਸੀ, ਤਿਉਂ-ਤਿਉਂ ਮੇਰੇ ਅੰਦਰ ਛੁਪੇ ਭੈ ਦਾ ਦਿਓ ਆਪਣਾ ਕੱਦ ਲੰਬਾ ਕਰੀ ਜਾ ਰਿਹਾ ਸੀ। ਇਸ ਅਜੀਬ ਜਿਹੇ ਭੈ ਨਾਲ ਮੇਰਾ ਲੂੰ-ਲੂੰ ਕੰਬ ਰਿਹਾ ਸੀ ਅਤੇ ਪਲੋ-ਪਲੀ ਮੇਰੇ ਚਿਹਰੇ ਦਾ ਰੰਗ ਪੀਲਾ ਜ਼ਰਦ ਪੈ ਗਿਆ। ਹਰੇ ਰੰਗ ਦੀਆਂ ਧਾਰੀਆਂ ਵਾਲੀ ਡਰੈਸ ਪਹਿਨੀ ਮਲੂਕ ਜਿਹੀ ਏਅਰ ਹੋਸਟਸ ਕੁੜੀ ਨੇ ਜਿਵੇਂ ਮੇਰੇ ਚਿਹਰੇ ਦੇ ਊਡੇ ਰੰਗ ਨੂੰ ਭਾਪ ਲਿਆ ਸੀ। ਉਹ ਫਟਾਫਟ ਮੇਰੇ ਕੋਲ ਆਈ ਤੇ ਮੇਰਾ ਮੁੜਕੋ ਮੁੜਕੀ ਹੋਇਆ ਚਿਹਰਾ ਵਾਰ-ਵਾਰ ਹੱਥ ਵਿੱਚ ਫੜੇ ਛੋਟੇ ਜਿਹੇ ਟਾਵਲ ਪੇਪਰ ਨਾਲ ਪੂੰਝਣ ਲੱਗੀ। ਵਟ ਹੈਪਨਡ ਮਿਸਟਰ ਦੇਵ? ਉਸ ਦੇ ਬੁੱਲ੍ਹਾਂ ਉੱਤੇ ਕਈ ਛੋਟੇ-ਛੋਟੇ ਪ੍ਰਸ਼ਨ ਚਿੰਨ੍ਹ ਬਣੇ ਰਹੇ, ਪਰ ਮੈਂ ਤਾਂ ਕਿਸੇ ਦਾ ਵੀ ਕੋਈ ਉੱਤਰ ਨਾ ਦੇ ਸਕਿਆ। ਉਸਨੇ ਫੌਰਨ ਜਹਾਜ਼ ਦੀ ਅਗਲੀ ਕੈਬਨ ਵਿੱਚੋਂ ਇੱਕ ਡਾਕਟਰ ਨੂੰ ਆਪਣੀ ਮਦਦ ਲਈ ਸੱਦਿਆ। ਡਾਕਟਰ ਨੇ ਬੜੀ ਫੁਰਤੀ ਨਾਲ ਆਉਂਦਿਆਂ ਸਾਰ ਮੇਰਾ ਮੈਡੀਕਲ ਮੁਆਇਨਾ ਕੀਤਾ ਤੇ 3 ਚਿੱਟੀਆਂ ਗੋਲੀਆਂ ਮੇਰੀ ਹਥੇਲੀ ਉੱਤੇ ਰੱਖ ਦਿੱਤੀਆਂ। ਮੇਰਾ ਬਲੱਡ ਪ੍ਰੈਸ਼ਰ 200 ਤੋਂ ਉੱਤੇ ਹੋ ਗਿਆ ਸੀ। ਮੈਨੂੰ ਲੱਗਿਆ ਮੇਰੇ ਹੱਥ ਪੈਰ ਜਮਾਂ ਹੀ ਮਿੱਟੀ ਹੁੰਦੇ ਜਾ ਰਹੇ ਹਨ। ਮੈਂ ਬੜੀ ਮੁਸ਼ਕਲ ਜਿਹੀ ਨਾਲ ਏਅਰ ਹੋਸਟਸ ਦੇ ਹੱਥੋਂ ਪਾਣੀ ਦਾ ਗਲਾਸ ਫੜਦਿਆਂ 3 ਗੋਲੀਆਂ ਆਪਣੇ ਸੰਘੋਂ ਹੇਠਾਂ ਉਤਾਰ ਲਈਆਂ, ਪਰ ਮੇਰੇ ਮੱਥੇ ਦਾ ਪਸੀਨਾ ਤਾਂ ਫਿਰ ਵੀ ਉਵੇਂ ਦਾ ਉਵੇਂ ਸੀ। ਇੱਕ ਕਾਂਬਾ ਮੇਰੇ ਸਰੀਰ ਦੇ ਲੂੰ-ਲੂੰ ਨੂੰ ਅੰਦਰੋਂ ਅੰਦਰੀ ਕੰਬਾ ਰਿਹਾ ਸੀ। ਕਾਲੀਆਂ ਤੇ ਡੂੰਘੀਆਂ ਝੀਲ ਅੱਖਾਂ ਵਾਲੀ ਏਅਰ ਹੋਸਟਸ ਅਤੇ ਚੌੜੇ ਜਿਹੇ ਨੱਕ ਵਾਲਾ ਡਾਕਟਰ ਦੋਵੇਂ ਅਜੇ ਵੀ ਜਿਉਂ ਦੇ ਤਿਉਂ ਮੇਰੀ ਸੀਟ ਦੇ ਕੋਲ ਖੜ੍ਹੇ ਸਨ। ਉਹਨਾਂ ਦੇ ਚਿਹਰਿਆਂ ਦਾ ਰੰਗ ਵੀ ਜਿਵੇਂ ਹੌਲੀ-ਹੌਲੀ ਚਿੰਤਾ ਵਿੱਚ ਡੁੱਬਦਾ ਜਾ ਰਿਹਾ ਸੀ। ਡਾਕਟਰ ਨੇ ਥਰਮਾਮੀਟਰ ਮੇਰੇ ਮੂੰਹ ਵਿੱਚ ਲਾ ਕੇ ਦੇਖਿਆ ਤਾਂ ਬੁਖਾਰ ਦਾ ਤਾਂ ਉੱਥੇ ਨਾਮੋ ਨਿਸ਼ਾਨ ਵੀ ਨਹੀਂ ਸੀ, ਪਰ ਮੇਰੇ ਸਾਰੇ ਪਿੰਡੇ ਵਿੱਚੋਂ ਜਿਵੇਂ ਸਾਹ ਹੀ ਸੂਤਿਆ ਗਿਆ ਹੋਵੇ। ਏਅਰ ਹੋਸਟਸ ਦੇ ਚਿਹਰੇ ਉੱਤੇ ਚਿੰਤਾ ਦੀ ਇੱਕ ਹੋਰ ਗੂੜੀ ਤੈਅ ਉੱਭਰ ਆਈ ਸੀ। ਡਾਕਟਰ ਨੇ ਉਸ ਨੂੰ ਕਿਹਾ, "ਯੂ ਸ਼ੁੱਡ ਬੀ ਵਿਦ ਹਿਮ ਟਿਲ ਪਲੇਨ ਇਜ਼ ਨਾਟ ਲੈਂਡਡ।" ਡਾਕਟਰ ਦੀ ਇਹ ਗੱਲ ਸੁਣ ਕੇ ਤਾਂ ਜਿਵੇਂ ਮੇਰੇ ਉੱਤੇ 7 ਘੜੇ ਹੋਰ ਪਾਣੀ ਪੈ ਗਿਆ ਸੀ। ਜਹਾਜ਼ ਪਲੋ-ਪਲੀ ਧਰਤੀ ਵੱਲ ਨੂੰ ਖਿੱਚਿਆ ਚਲਿਆ ਜਾ ਰਿਹਾ ਸੀ, ਉਸ ਧਰਤੀ ਵੱਲ ਜਿੱਥੇ ਪੈਰ ਪਾਉਣ ਲਈ ਮੈਂ ਪਿਛਲੇ 7 ਵਰ੍ਹਿਆਂ ਤੋਂ ਲਗਾਤਾਰ ਜੱਦੋ-ਜਹਿਦ ਕਰ ਰਿਹਾ ਸੀ। 2 ਵਾਰ ਤਾਂ ਮੈਨੂੰ ਬੈਂਕਾਕ ਤੋਂ ਹੀ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ, ਕਿਉਂਕਿ ਏਜੰਟ ਨੇ ਫੋਟੋ ਤੇ ਨਾਂ ਬਦਲ ਕੇ ਮੈਨੂੰ ਕਿਸੇ ਹੋਰ ਪਾਸਪੋਰਟ ਨਾਲ ਜਹਾਜ਼ ਚੜ੍ਹਾਇਆ ਸੀ। ਪਰ ਐਤਕੀ ਤਾਂ ਪਾਸਪੋਰਟ ਉੱਤੇ ਵੀਜ਼ਾ ਹੀ ਨਕਲੀ ਲੱਗਿਆ ਹੋਇਆ ਸੀ। ਉਦੋਂ ਮੈਂ 1.5 ਮਹੀਨਾ ਹੋਟਲਾਂ ਤੇ ਗੁਰਦੁਆਰਿਆਂ ਵਿੱਚ ਰੁਲਦਾ ਰਿਹਾ ਸੀ। ਪੈਸੇ ਕਿਹੜਾ ਠੀਕਰੀਆਂ ਹਨ ਜੋ ਬੰਦਾ ਰੋਜ਼-ਰੋਜ਼ ਇਕੱਠੀਆਂ ਕਰ ਲਵੇ। ਨਾਲੇ ਘਰੋਂ ਤੁਰਨ ਤੋਂ ਪਹਿਲਾਂ ਉਂਝ ਹੀ ਏਜੰਟਾਂ ਦੇ ਚੱਕਰਾਂ ਨੇ ਘਰ ਦੇ ਭਾਂਡੇ ਵਿਕਵਾ ਛੱਡੇ ਸਨ। ਅਖੇ ਇੰਨਾ ਪੈਸਾ ਪਹਿਲਾਂ ਤੇ ਇੰਨਾ ਪਿੱਛੋਂ। ਬਾਪੂ ਨੂੰ ਤਾਂ ਜ਼ਮੀਨ ਤੱਕ ਵੇਚਣੀ ਪਈ। ਭਲਾ ਕਾਸ ਦੀ ਖਾਤਰ। ਇਸ ਇੰਨੀ ਔਖੀ ਘੜੀ ਦਾ ਤਾਂ ਘਰੋਂ ਤੁਰਨ ਸਮੇਂ ਕਿਸੇ ਨੂੰ ਭੋਰਾ ਵੀ ਚੇਤਾ ਨਹੀਂ ਸੀ। ਜੋ ਗੁਨਾਹ ਕਰਨ ਤੋਂ ਪਹਿਲਾਂ ਗੁਨਾਹ ਦਾ ਅਹਿਸਾਸ ਮੇਰੀ ਆਤਮਾ ਨੂੰ ਹੁਣ ਰੋਮ-ਰੋਮ ਤੋਂ ਚੀਰ ਰਿਹਾ ਸੀ। ਇੱਥੇ ਮੇਰਾ ਪਰਦੇਸ ਵਿੱਚ ਕੌਣ ਸਹਾਈ ਹੋਵੇਗਾ? ਖਬਰੇ ਅਗਲੇ ਮੈਨੂੰ ਕਿਹੜੇ ਖੂਹ ਵਿੱਚ ਧੱਕਾ ਦੇਣ। ਮੇਰਾ ਕਿਹੜਾ ਇੱਥੇ ਕੋਈ ਮਾਂ-ਪਿਓ ਬੈਠਾ ਹੈ ਜਿਸ ਨੂੰ ਮੇਰਾ ਦੁੱਖ ਦਰਦ ਹੋਊਗਾ? ਭਲਾ ਜੇ ਮੈਂ ਆਪਣੇ ਏਜੰਟ ਦਾ ਕਿਹਾ ਨਾ ਮੰਨਾਂ ਤਾਂ ਫਿਰ ਦੁਬਾਰਾ ਡਿਪੋਰਟ ਹੋਣ ਦਾ ਡਰ। ਪਹਿਲਾਂ ਹੀ ਡਿਪੋਰਟ ਹੋ ਚੁੱਕਿਆ ਹਾਂ। ਜੇ ਏਜੰਟ ਦੀ ਗੱਲ ਮੰਨ ਲਵਾਂ ਤਾਂ ਸਿੱਧਾ ਅੰਦਰ ਕਰ ਦੇਣਗੇ ਅਗਲੇ। ਦੋਹਾਂ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਹੀ ਹੋਵੇਗੀ। ਮੈਂ ਤਾਂ ਹੁਣ ਥੱਬਾ ਰੁਪਈਆਂ ਦਾ ਵੀ ਲਾ ਬੈਠਾ ਹਾਂ। ਹੁਣ ਮੈਂ ਡਿਪੋਰਟ ਨਹੀਂ ਹੋਣਾ ਚਾਹੁੰਦਾ। ਕੀ ਕਹਿਣਗੇ ਮੈਨੂੰ ਮੇਰੇ ਯਾਰ ਬੇਲੀ ਤੇ ਹੋਰ ਪਿੰਡ ਵਾਲੇ? ਮਾਂ-ਪਿਓ ਤਾਂ ਫਿਰ ਵੀ ਛਾਤੀ ਨਾਲ ਲਾ ਹੀ ਲੈਣਗੇ। ਉਹਨਾਂ ਦਾ ਤਾਂ ਮੈਂ ਆਪਣਾ ਖੂਨ ਹਾਂ, ਆਪਣੀ ਆਦਰ। ਕਿਵੇਂ ਬਾਪੂ ਬੱਸ ਅੱਡੇ ਤੱਕ ਮੈਨੂੰ ਛੱਡਣ ਆਇਆ, ਸਾਰੇ ਰਾਹ ਬੁਕ-ਬੁਕ ਹੰਝੂ ਕੇਰਦਾ ਆਇਆ ਸੀ ਤੇ ਬੇਬੇ ਤਾਂ ਜਿਵੇਂ ਮੈਨੂੰ ਘਰੋਂ ਤੋਰਨ ਵੇਲੇ ਗੁੰਮਸੁੰਮ ਜਿਹੀ ਹੋ ਕੇ ਰਹਿ ਗਈ ਸੀ। ਮੇਥੋਂ ਜੁਦਾ ਹੋਣ ਸਮੇਂ ਉਸਦੇ ਅੱਥਰੂ ਉਸਦਾ ਕੜ ਪਾੜ ਕੇ ਵਹਿਣਾ ਚਾਹੁੰਦੇ ਸਨ, ਪਰ ਉਸਦੇ ਸੰਗ ਵਿੱਚ ਤਾਂ ਉਸ ਸਮੇਂ ਜਿਵੇਂ ਕੱਚ ਦਾ ਕੋਈ ਗੋਲਾ ਅੜ ਕੇ ਰਹਿ ਗਿਆ ਸੀ। ਉਸਨੇ ਡੱਬ-ਡਬਾਈਆਂ ਅੱਖਾਂ ਨਾਲ ਇੱਕ ਵਾਰੀ ਤਾਂ ਮੈਨੂੰ ਇਉਂ ਹੀ ਦੇਖਿਆ ਜਿਵੇਂ ਬਸ ਸਾਡੀ ਦੋਹਾਂ ਦੀ ਇਹ ਆਖਰੀ ਮਿਲਣੀ ਹੀ ਹੋਵੇ। ਪੁੱਤ ਦੀ ਜਾਨ ਜੋਖਮ ਵਿੱਚ ਦੇਖ ਕੇ ਉਸਨੇ ਮੇਰਾ ਰਾਹ
ਆਪਣੇ ਆਪ ਮੋਕਲਾ ਕਰ ਦਿੱਤਾ ਸੀ। ਪਿਛਲੇ ਕਿੰਨੇ ਹੀ ਵਰ੍ਹਿਆਂ ਤੋਂ ਪਿੰਡਾਂ ਦੇ ਨੌਜਵਾਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਸੀ। ਦੋਹੀ ਪਾਸੇ ਅਗਲਿਆਂ ਦੀ ਕੰਬਖਤੀ ਆਈ ਹੋਈ ਸੀ। ਇੱਕ ਪਾਸੇ ਸ਼ੀਂਹ ਤੇ ਦੂਜੇ ਪਾਸੇ ਸੱਪ। ਨਾ ਹੁਣ ਇੱਥੇ ਰਹਿਣ ਦਾ ਹੀ ਕੋਈ ਹੱਜ ਸੀ ਤੇ ਨਾ ਇੱਥੋਂ ਭੱਜ ਕੇ ਹੀ ਸਰਦਾ ਸੀ। ਖਬਰੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਰਸਤੇ ਘਰਾਂ ਦੇ ਉਜਾੜੇ ਲਈ ਕਿਹੜੀ ਧਿਰ ਜ਼ਿੰਮੇਵਾਰ ਸੀ, ਰੱਬ ਹੀ ਜਾਣੇ। ਪਰ ਇੱਕ ਗੱਲ ਤਾਂ ਪੱਕੀ ਸੀ ਕਿ ਹੁਣ ਕੋਈ ਵੀ ਨੌਜਵਾਨ ਇੱਥੇ ਆਪ ਦੀ ਮੌਤ ਨਹੀਂ ਸੀ ਮਰਦਾ। ਸਭ ਅਣਆਈ ਮੌਤ ਦੇ ਖੌਫ ਨੂੰ ਆਪਣੇ ਹੱਡਾਂ ਉੱਤੇ ਹੰਢਾ ਰਹੇ ਸਨ। ਹੇਠਾਂ ਲੈਂਡ ਕਰਦੇ ਹਵਾਈ ਜਹਾਜ਼ ਦੀ ਆਵਾਜ਼ ਹੁਣ ਹੋਰ ਵੀ ਸ਼ੋਰਮਈ ਤੇ ਭਿਆਨਕ ਹੋ ਗਈ ਸੀ। ਚਾਪਟੇ ਨੱਕ ਵਾਲੀ ਗੋਰੀ ਚਿੱਟੀ ਸਟੀਕ ਜਿਹੀ ਏਅਰ ਹੋਸਟਸ ਅਜੇ ਵੀ ਮੇਰੀ ਸੀਟ ਕੋਲੋਂ ਨਹੀਂ ਸੀ ਹਿੱਲੀ, ਜੋ ਲਗਾਤਾਰ ਮੈਨੂੰ ਢਾਰਸ ਦੇ ਰਹੀ ਸੀ। ਡੋਂਟ ਵਰੀ ਮਿਸਟਰ ਦੇਵ, ਐਵਰੀਥਿੰਗ ਵਿਲ ਬੀ ਆਲ ਰਾਈਟ। ਉਹ ਮੇਰੇ ਅੰਦਰਲੇ ਭੈ ਦੀ ਅਸਲੀਅਤ ਤੋਂ ਮੂਲੋਂ ਹੀ ਬੇਖਬਰ ਲੱਗਦੀ ਸੀ। ਮੇਰੇ ਅੰਦਰ ਵਿਛਿਆ ਗੁਨਾਹ ਦਾ ਅਹਿਸਾਸ ਮੈਨੂੰ ਤਿਲ-ਤਿਲ ਪਚ ਰਿਹਾ ਸੀ। ਏਅਰ ਹੋਸਟਸ ਪਲ ਦੋ ਪਲ ਲਈ ਹੀ ਪਰਾਂ ਹਟੇ ਤਾਂ ਸਹੀ। ਮੈਂ ਬਹੁਤ ਕਾਹਲਾ ਪੈ ਰਿਹਾ ਸੀ। ਇਉਂ ਤਾਂ ਗੱਲ ਨਹੀਂ ਬਣਨੀ, ਜਹਾਜ਼ ਤਾਂ ਧਰਤੀ ਨਾਲ ਲੱਗਣ ਹੀ ਵਾਲਾ ਸੀ। ਮੈਂ ਆਪਣੇ ਢਿੱਡ ਦੇ ਦੁਆਲੇ ਕਸੀ ਪੇਟੀ ਨੂੰ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਂਦਿਆਂ ਉੱਥੋਂ ਉੱਠ ਖੜੇ ਹੋਣ ਲਈ ਇੱਕ ਤਰਲਾ ਜਿਹਾ ਲਿਆ। ਏਅਰ ਹੋਸਟਸ ਨੇ ਸਾਫ਼ ਸ਼ਬਦਾਂ ਵਿੱਚ ਸਭ ਯਾਤਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ, ਜਦੋਂ ਤੱਕ ਜਹਾਜ਼ ਪੂਰੀ ਤਰ੍ਹਾਂ ਲੈਂਡ ਨਹੀਂ ਕਰ ਜਾਂਦਾ, ਕੋਈ ਵੀ ਪੈਸੇਂਜਰ ਆਪਣੀ ਸੀਟ ਤੋਂ ਨਹੀਂ ਹਿੱਲੇਗਾ ਤੇ ਨਾ ਹੀ ਆਪਣੀ ਪੇਟੀ ਖੋਲ੍ਹੇਗਾ। ਮੈਨੂੰ ਜਾਪਿਆ ਏਅਰਲਾਈਨ ਦਾ ਸਾਰਾ ਕ੍ਰਿਊ ਜਿਵੇਂ ਮੈਨੂੰ ਹੀ ਘੂਰ ਰਿਹਾ ਹੋਵੇ। ਨਹੀਂ, ਮੈਨੂੰ ਤਾਂ ਮੇਰੇ ਆਪਣੇ ਅੰਦਰਲਾ ਪਾਲਾ ਹੀ ਖਾ ਰਿਹਾ ਸੀ। ਅਚਾਨਕ ਜਹਾਜ਼ ਦੇ ਪਹੀਏ ਗੜਗੜ ਕਰਦੇ ਕੈਨੇਡੀ ਏਅਰਪੋਰਟ ਉੱਤੇ ਅਮਰੀਕਾ ਦੀ ਸਰਜ਼ਮੀਨ ਨਾਲ ਟਕਰਾਏ। ਯਾਤਰੀ ਆਪੋ ਆਪਣੀਆਂ ਪੇਟੀਆਂ ਤੋਂ ਆਜ਼ਾਦ ਹੋ ਗਏ ਸਨ ਅਤੇ ਆਪੋ ਆਪਣਾ ਸਮਾਨ ਸੰਭਾਲਦੇ ਇੱਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਰਨ ਲਈ ਕਾਹਲੇ ਜਾਪ ਰਹੇ ਸਨ। ਇੱਕ ਪਤਲੀ ਜਿਹੀ ਮੇਮ ਆਪਣੇ ਬਾਲਾਂ ਵਿੱਚ ਬੁਰਸ਼ ਫੇਰ ਰਹੀ ਸੀ। ਇੱਕ ਅਫਗਾਨੀ ਨੌਜਵਾਨ ਆਪਣੇ ਚਿਹਰੇ ਨੂੰ ਸਵਾਰਦਾ ਹੱਥਾਂ ਵਿੱਚ ਫੜੇ ਕਾਗਜ਼ ਪੱਤਰਾਂ ਨੂੰ ਸੰਭਾਲਣ ਵਿੱਚ ਮਗਨ ਸੀ। ਇੱਕ ਹੋਰ ਹਿੰਦੁਸਤਾਨੀ ਬਿਰਧ ਮਾਤਾ ਜਿਵੇਂ ਆਪਣਾ ਸਮਾਨ ਚੁੱਕਣ ਲਈ ਕਿਸੇ ਦੂਜੇ ਦਾ ਸਹਾਰਾ ਭਾਲ ਰਹੀ ਸੀ। ਮੈਂ ਸੁੱਤੇ ਸਿੱਧ ਉਸ ਦੀ ਮਦਦ ਲਈ ਉਸ ਵੱਲ ਨੂੰ ਉਲਰਿਆ, ਪਰ ਮੇਰੀ ਪੇਟੀ ਤਾਂ ਅਜੇ ਵੀ ਜਿਉਂ ਦੀ ਤਿਉਂ ਬੰਨੀ ਹੋਈ ਸੀ। ਮੇਰੀ ਸੀਟ ਕੋਲ ਖੜੀ ਏਅਰ ਹੋਸਟਸ ਦਾ ਪੂਰਾ ਧਿਆਨ ਅਜੇ ਵੀ ਮੇਰੀ ਤਰਫ ਹੀ ਸੀ। ਇੱਕ ਕਰਕੇ ਜਦੋਂ ਤਕਰੀਬਨ ਸਾਰੇ ਹੀ ਮੁਸਾਫਰ ਹੇਠਾਂ ਉਤਰ ਗਏ ਤਾਂ ਜਾ ਕੇ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਏਅਰ ਹੋਸਟਸ ਨੇ ਮੇਰੀ ਪੇਟੀ ਸੀਟ ਨਾਲੋਂ ਆਪਣੇ ਹੱਥੀਂ ਖੋਲ੍ਹੀ। ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਆਪਣੀਆਂ ਦੋਹਾਂ ਜੇਬਾਂ ਉੱਪਰ ਹੱਥ ਰੱਖੀ ਸਿੱਧਾ ਜਹਾਜ਼ ਦੇ ਪਿਛਲੇ ਕੈਬਿਨ ਵਿੱਚ ਬਣੇ ਬਾਥਰੂਮ ਵੱਲ ਨੂੰ ਭੱਜਿਆ। ਮੈਂ ਆਈ ਹੈਲਪ ਯੂ ਮਿਸਟਰ ਦੇਵ, ਪਲੀਜ਼ ਵਿਦ ਕੇਅਰ। ਏਅਰ ਹੋਸਟਸ ਦਾ ਸਾਰਾ ਧਿਆਨ ਮੇਰੇ ਵਿੱਚ ਹੀ ਸੀ। ਇਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਮੇਰੇ ਅੰਦਰ ਛੁਪੇ ਡਰ ਦਾ ਪਰਛਾਵਾਂ ਹੋਰ ਲੰਬਾ ਹੋ ਗਿਆ। ਜਹਾਜ਼ ਦੇ ਦੂਜੇ ਕੈਬਿਨ ਵਿੱਚ ਹੁਣ ਸਿਰਫ ਇੱਕ ਏਅਰ ਹੋਸਟਸ ਤੇ ਦੂਜਾ ਮੇਰੀ ਦੇਖਭਾਲ ਕਰਨ ਵਾਲਾ ਡਾਕਟਰ, ਬਸ ਇਹੀ ਦੋ ਜਣੇ ਬਾਕੀ ਸਨ। ਮੈਂ ਪਿਸ਼ਾਬ ਦੇ ਬਹਾਨੇ ਬਾਥਰੂਮ ਦੇ ਅੰਦਰ ਜਾ ਕੇ ਝੱਟ ਜ਼ੋਰ ਦੀ ਕੁੰਡੀ ਬੰਦ ਕਰ ਲਈ। ਫਟਾਫਟ ਇੱਕ ਜੇਬ ਵਿੱਚੋਂ ਜਹਾਜ਼ ਦੀ ਟਿਕਟ ਕੱਢੀ ਤੇ ਦੂਜੀ ਵਿੱਚੋਂ ਪਾਸਪੋਰਟ। ਹਾਂ, ਮੈਨੂੰ ਏਜੰਟ ਦਾ ਕਹਿਣਾ ਮੰਨਣਾ ਹੀ ਚਾਹੀਦਾ। ਨਾ ਰਹੂ ਬਾਂਸ ਤੇ ਨਾ ਵੱਜੂਗੀ ਬਾਂਸੁਰੀ। ਜੇਕਰ ਮੇਰੇ ਕੋਲ ਪਾਸਪੋਰਟ ਹੀ ਨਹੀਂ ਹੋਵੇਗਾ ਤਾਂ ਮੈਨੂੰ ਡਿਪੋਰਟ ਕਰਨਗੇ ਹੀ ਕਿਵੇਂ? ਪਰ ਇਹ ਜੁਰਮ ਹੈ, ਮੇਰੀ ਆਤਮਾ ਨੇ ਚੇਤਾਵਨੀ ਦਿੱਤੀ। ਮੈਂ ਅਜੇ ਦੁਚਿੱਤੀ ਵਿੱਚ ਫਸਿਆ। ਮਨ ਅਤੇ ਆਤਮਾ ਦੋਹਾਂ ਵਿੱਚੋਂ ਕਿਸੇ ਦੀ ਵੀ ਆਵਾਜ਼ ਉੱਤੇ ਅਮਲ ਨਹੀਂ ਸੀ ਕਰ ਸਕਿਆ ਕਿ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਿਆ। ਮਿਸਟਰ ਦੇ ਪਲੀਜ਼ ਓਪਨ ਦਾ ਡੋਰ, ਹਰੀ ਅਪ। ਇਹ ਉਸੇ ਏਅਰ ਹੋਸਟਸ ਦੀ ਆਵਾਜ਼ ਸੀ ਜੋ ਕਿੰਨੇ ਹੀ ਚਿਰ ਤੋਂ ਮੇਰੇ ਆਲੇ ਦੁਆਲੇ ਮੇਰੀ ਦੇਖਭਾਲ ਲਈ ਘੁੰਮਦੀ ਰਹੀ ਸੀ। ਉਸ ਦੀ ਆਵਾਜ਼ ਸੁਣਦਿਆਂ ਸਾਰ ਮੈਂ ਹੱਥਾਂ ਵਿੱਚ ਫੜੇ ਦੋਵੇਂ ਦਸਤਾਵੇਜ਼ ਛੇਤੀ ਨਾਲ ਟੁਕੜੇ-ਟੁਕੜੇ ਕਰ ਫਲੱਸ਼ ਵਿੱਚ ਰੋੜ ਦਿੱਤੇ। ਦਰਵਾਜ਼ਾ ਹੋਰ ਜ਼ੋਰ-ਜ਼ੋਰ ਦੀ ਖੜਕਿਆ। ਮੈਂ ਆਪਣੇ ਚਿਹਰੇ ਉੱਤੇ ਇੱਕ ਫਿੱਕੀ ਜਿਹੀ ਮੁਸਕਾਨ ਭਰਦਿਆਂ ਝੱਟ ਬਾਥਰੂਮ ਦਾ ਬੂਹਾ ਖੋਲ੍ਹ ਦਿੱਤਾ। ਪਰ ਬਾਥਰੂਮ ਦੇ ਬਾਹਰ ਜਹਾਜ਼ ਦੇ ਕਪਤਾਨ ਮਿਸਟਰ ਲੈਰੀ ਅਤੇ ਉਸਦੇ ਕ੍ਰਿਊ ਤੋਂ ਇਲਾਵਾ ਹੁਣ ਇੱਕ ਦੋ ਹੋਰ ਉੱਪਰੇ ਚਿਹਰੇ ਵੀ ਉਹਨਾਂ ਦੇ ਨਾਲ ਤਣ ਕੇ ਖੜੇ ਸਨ। ਧੰਨਵਾਦ।